ਵਧੀਆ ਆਨਲਾਈਨ। हाँ जी। ਪੈਨਸ਼ਨ ਦੇ ਵਿੱਚ ਆਪਾਂ ਦੇਖ ਲਿਆ ਰੈਜ਼ੀਡਰੀ ਗ੍ਰੈਚੁਟੀ, ਪੈਨਸ਼ਨ ਗ੍ਰੈਚੁਟੀ, DCRG, ਫੈਮਿਲੀ ਪੈਨਸ਼ਨ, ਕਮਿਊਟੇਸ਼ਨ, ਪ੍ਰੋਵੀਜ਼ਨਲ ਪੈਨਸ਼ਨ, ਸਰਵਿਸ ਗ੍ਰੈਚੁਟੀ, ਐਕਸਕ੍ਰੀਸ਼ੀਆ, ਇਹ ਸਾਰਾ ਕੁਝ ਇਹਦੇ ਚ ਪਾਰਟ 1 ਦੇ ਵਿੱਚ ਦੇਖਾਂਗੇ, ਹੈਨਾ। ਜਿਹੜੇ ਆ ਪਾਰਟ 1 ਪਾਰਟ 2 3 ਅਸੀਂ ਦੇਖੇ। ਪੈਨਸ਼ਨ ਜਿਹੜੀ ਹੁੰਦੀ ਹੈ ਉਹ ਸੁਪਰ ਐਨੂਏਸ਼ਨ ਹੋਗੀ, ਕੰਪਨਸੇਟਰੀ ਹੋਗੀ, ਜਾਂ ਇਨਵੈਲਿਡ ਹੋਗੀ, ਜਾਂ ਰਿਟਾਇਰਿੰਗ ਹੋਗੀ। ਠੀਕ ਹੈ। ਸੁਪਰ ਐਨੂਏਸ਼ਨ ਪੈਨਸ਼ਨ ਕਿਹੜੀ ਹੋਈ ਜੀ? ਜਿਹੜੀ 58-60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਰਿਟਾਇਰਮੈਂਟ ਹੁੰਦੀ ਹੈ ਉਦੋਂ ਲੱਗਦੀ ਹੈ। ਹਾਂਜੀ। ਕੰਪਨਸੇਟਰੀ ਪੈਨਸ਼ਨ ਜਿਹੜੀ ਹੋਗੀ ਇਹ ਜਦੋਂ ਕੋਈ ਪਰਮਾਨੈਂਟ ਪੋਸਟ ਅਬੋਲਿਸ਼ ਹੋ ਜਾਂਦੀ ਹੈ ਉਦੋਂ ਲਾ ਦਿੰਦੇ ਹੁੰਦੇ ਆ। ਇਨਵੈਲਿਡ ਜਦੋਂ ਇਨਕਪੈਸਿਟੀ ਆ ਗਈ ਉਦੋਂ ਲਾ ਦਿੰਦੇ ਹੁੰਦੇ ਆ। ਰਿਟਾਇਰਿੰਗ ਕਦੋਂ ਲੱਗਦੀ ਹੈ ਜੀ? ਪ੍ਰੀ ਮੈਚਿਓਰ ਜਦੋਂ ਰਿਟਾਇਰਮੈਂਟ ਪ੍ਰੀ ਹੋ ਮੈਚੁਰ। ਉਦੋਂ ਰਿਟਾਇਰਿੰਗ ਪੈਨਸ਼ਨ ਲਾ ਦਿੰਦੇ ਆ। ਇਹ ਜਸਟ ਇੱਕ ਬਰੀਫ ਹੈ ਜਿਹੜਾ ਤੁਸੀਂ ਪੈਨਸ਼ਨ ਦੇ ਵਿੱਚ ਪੜ੍ਹਨਾ। ਇਹ ਤਾਂ ਸਾਰੇ ਪ੍ਰੋਸੈਸ ਹੋ ਗਏ ਕਿ ਆ ਸਾਡੇ ਕੋਲੇ ਮਤਲਬ ਹੱਕਦਾਰੀਆਂ ਹੋ ਗਈਆਂ ਇੱਕ ਤਰ੍ਹਾਂ ਦੀਆਂ। ਰੈਜ਼ੀਡਰੀ ਗ੍ਰੈਚੁਟੀ ਹੋ ਗਈ, ਜਾਂ ਪੈਨਸ਼ਨ ਹੈ, ਜਾਂ ਡੈਥ ਕਮ ਰਿਟਾਇਰਮੈਂਟ ਗ੍ਰੈਚੁਟੀ ਹੈ, ਜਾਂ ਫੈਮਿਲੀ ਪੈਨਸ਼ਨ ਹੈ, ਜਾਂ ਕਮਿਊਟੇਸ਼ਨ ਹੈ, ਜਾਂ RG ਪੈਨਸ਼ਨ ਹੈ, ਜਾਂ ਸਰਵਿਸ ਗ੍ਰੈਚੁਟੀ ਹੈ, ਜਾਂ ਐਕਸਗ੍ਰੇਸ਼ੀਆ। ਕੁਛ ਸਾਡੇ ਕੋਲੇ ਇਹਦੇ ਵਿੱਚ ਪ੍ਰੋਸੈਸ ਹੁੰਦੇ ਆ। ਠੀਕ ਹੈ। ਪੈਨਸ਼ਨ ਨਾਲ ਰਿਲੇਟਡ ਹੀ ਆ ਗਏ, ਪੈਨਸ਼ਨਰ ਨਾਲ ਜ਼ਿਆਦਾ ਰਿਲੇਟਡ ਆ ਗਏ ਕਿ ਅਸੀਂ ਜੇ ਕੋਈ ਪੈਨਸ਼ਨਰ ਚਾਰਜ ਸ਼ੀਟ ਕਰਨਾ ਹੈ ਜਾਂ ਸਜ਼ਾ ਦੇਣੀ ਹੈ ਕਿਸੇ ਨੂੰ, ਉਹ ਵੀ ਅਸੀਂ ਪਾਰਟ 1 ਚ ਹੀ ਦੇਖਾਂਗੇ। ਪਨਿਸ਼ਮੈਂਟ ਹੈ ਨਾ, ਫॉर ਮਿਸਕੰਡਕਟ ਜਾਂ ਕੁਝ ਵੀ ਹੈ, ਉਹ ਅਸੀਂ ਪਾਰਟ 1 ਦੇ ਵਿੱਚ ਹੀ ਉਹਨੂੰ ਕਵਰ ਕਰਾਂਗੇ। ਠੀਕ ਹੈ। ਇਹ ਸਾਰਾ ਬਰੀਫ ਸੀ ਜੋ ਅਸੀਂ ਪਾਰਟ 1 ਚ ਕਰਨਾ। ਹੁਣ ਜੇ ਅਸੀਂ ਇੰਡੈਕਸ ਦੇਖੀਏ, ਚੈਪਟਰ 1 ਸਾਡਾ ਉਹੀ ਰਹੂਗਾ ਐਕਸਟੈਂਟ ਵਾਲਾ, ਲਗਭਗ ਸੇਮ ਹੈ ਜਿਹੜਾ ਵੋਲਿਊਮ 1 ਪਾਰਟ 1 ਚ ਪੜ੍ਹਿਆ ਸੀ। ਉਹ ਤੋਂ ਬਾਅਦ ਚੈਪਟਰ 2 ਦੇ ਵਿੱਚ ਅਸੀਂ ਐਕਸਗ੍ਰੇਸ਼ੀਆ ਪੜ੍ਹ ਲਾਂਗੇ। ਤੇ ਜਿਹੜਾ 2 ਪੁਆਇੰਟ ਆਹ 2.1 ਤੋਂ ਬਾਅਦ 2.2 A ਤੇ B ਹੈ, ਇਹ ਇੰਪੋਰਟੈਂਟ ਹੈ, ਇਹ ਪੜਾਂਗੇ। ਠੀਕ ਹੈ। ਕਲੇਮਸ ਜਿੱਥੇ ਐਡਮਿਸਿਬਿਲਿਟੀ ਨਹੀਂ ਬਣਦੀ ਉਹ ਵੀ ਦੇਖ ਲਾਂਗੇ, ਚਲੋ ਮਾੜਾ ਮੋਟਾ ਹੈਗਾ ਇਹ। ਪਰ ਜਿਹੜਾ 2.2 A ਵੀ ਹੈ ਇੰਪੋਰਟੈਂਟ ਹੈ ਇਹਦੇ ਚ, ਸੈਕੰਡ ਚੈਪਟਰ ਚ। ਠੀਕ ਹੈ। ਅੱਜ ਆਪਾਂ ਸੈਕੰਡ ਚੈਪਟਰ ਦੇਖਾਂਗੇ ਥੋੜਾ ਜਿਹਾ ਕੀ ਹੈਗਾ। ਹਾਂਜੀ। ਹਾਂਜੀ। रीड करूँगा कोई? गगन रीड करोगे? हाँ जी। हाँ जी, रीड कर दो। चैप्टर 1 तो कर लो। 1.1A. Except as provided otherwise in any rule or rules, the rules in this part regulate the grant of pensions to the government employee to whom the rules in Volume 1 of these rules apply. नोट भी कर दो। Note: See provision to Rule 1.2 of Volume 1, Part 1 of these rules. हाँ जी। ਜਦੋਂ ਅਸੀਂ ਵੋਲਿਊਮ 1 ਪਾਰਟ 1 ਪੜ੍ਹਿਆ ਸੀ ਉਹਦੇ ਵਿੱਚ 1.2 ਦੇ ਵਿੱਚ ਅਸੀਂ ਪੜ੍ਹਿਆ ਸੀ ਵੀ ਕਿਹਨਾਂ ਤੇ ਇਹ ਰੂਲ ਲਾਗੂ ਹੋਣਗੇ। ਜਿੱਥੇ ਤੁਹਾਡੇ ਧਿਆਨ ਚ ਹੋਵੇ ਗਰੁੱਪ ABCD ਹੋ ਗਏ ਸੀ, ਹਨਾ, ਜਾਂ ਸਪੈਸ਼ਲ ਪੋਸਟ ਹੋਲਡਰ ਹੋ ਗਏ ਸੀ, ਜਾਂ ਕੰਪੀਟੈਂਟ ਅਥਾਰਟੀ ਕਈ ਵਾਰ ਆਰਡਰ ਕਰਦੀ ਜਿਨ੍ਹਾਂ ਦੇ ਲਾਗੂ ਹੋਣਗੇ ਉਹ ਹੋ ਗਏ। ਉਹਦੇ ਥੱਲੇ ਇੱਕ ਪ੍ਰੋਵੀਜ਼ਨ ਦਿੱਤੀ ਹੋਈ ਸੀ ਕਿ 1/1/2004 ਤੋਂ ਬਾਅਦ ਜਿਹੜੇ ਭਰਤੀ ਹੈਗੇ ਆ ਉਹਨਾਂ ਤੇ ਪੈਨਸ਼ਨ ਵਾਲਾ ਪਾਰਟ ਹੈ ਲਾਗੂ ਨਹੀਂ ਹੋਊਗਾ, GPF ਵਾਲਾ ਪਾਰਟ ਹੈ ਲਾਗੂ ਨਹੀਂ ਹੋਊਗਾ। ਠੀਕ ਹੈ। ਤਾਂ ਇਹ ਕਹਿੰਦੇ ਵੀ ਐਕਸਟੈਂਟ ਹੈ ਵੀ ਉਹਨਾਂ ਤੇ 1/4 ਤੋਂ ਬਾਅਦ ਜਿਹੜੇ ਭਰਤੀ ਉਹਨਾਂ ਤੇ GPF ਵਗੈਰਾ ਜਾਂ ਪੈਨਸ਼ਨ ਵਗੈਰਾ ਲਾਗੂ ਨਹੀਂ ਹੁੰਦੀ ਹੈ। ਪਰ ਅਸੀਂ ਦੇਖ ਲਿਆ ਸੀ ਉਹਦੇ ਵਿੱਚ ਵੀ ਕਿ ਗ੍ਰੈਚੁਟੀ ਵਗੈਰਾ ਦੇਣ ਲੱਗ ਗਏ ਤੇ ਫੈਮਿਲੀ ਪੈਨਸ਼ਨ ਦਿੱਤੀ ਸੀ, ਹੈ ਨਾ। ਕੁਝ ਕੁ ਚੀਜ਼ਾਂ ਜਿਹੜੀਆਂ ਆਪਾਂ ਡਿਸਕਸ ਕਰਾਂਗੇ ਕਿ ਉਹ ਮਿਲ ਗਈਆਂ 1/4 ਤੋਂ ਬਾਅਦ ਭਰਤੀ ਵਾਲੇ ਨੂੰ ਵੀ ਐਂਟਾਈਟਲਮੈਂਟ ਉਹਦੀ ਬਣ ਗਈ। ਠੀਕ ਹੈ। ਲੈਟਰ ਜਿਹੜੇ ਇਸ਼ੂ ਹੋਏ ਹੋਏ ਆ ਦੇਖ ਲਾਂਗੇ। ਹਾਂਜੀ। B
B. Subject to the provisions of Clause A above, a government employee transferred to a service or post to which the rules in this part apply from a service to post to which they do not apply becomes subject to these rules, provided that it shall it shall be open to him within 6 months of the date of transfer, or if he is on leave on that day, within 6 months of his return from leave, to elect to be governed by the pension rules to which he was subject immediately before the date of transfer. The intention of exercising this option must be specifically declared to the government. The option once exercised shall be final. हाँ जी, देखो कई बार ट्रांसफर हो जाती है किसी कर्मचारी की किसी ऐसी सर्विस चों जिथे वॉल्यूम 2 अप्लाई नहीं होंगी, तो ऐसी सर्विस मतलब ऐसी सर्विस अधीन हो जाता जिथे वॉल्यूम 2 अप्लाई होंगी है। तो कहते भी जेकर उन्हें पुरानी सर्विस वाली जिथों ट्रांसफर होके आए उतों वाले रूल आपदे लागू करवाने हैं या जारी रखने हैं, ਉਹਦੇ वास्ते ऑप्शन देगा 6 महीनों ਦੇ ਵਿੱਚ कि मैनू ਉਹੀ रूल ठीक लगते या माफ का जो भी है मेरे बेनीफिशियल है भी मैं वही रूल कंटिन्यू करने। एक बार जो ऑप्शन देती है वो फाइनल है। The administrative authority concerned should clearly bring to the notice of the officer concerned the provision of this clause while issuing the order of confirmation of such a government employee under the Punjab government. ਜਦੋਂ ਕਨਫਰਮ ਹੁੰਦਾ ਕਰਮਚਾਰੀ ਉਹ ਤੋਂ ਬਾਅਦ ਐਡਮਿਨਿਸਟ੍ਰੇਟਿਵ ਅਥਾਰਟੀ ਨੇ ਧਿਆਨ ਚ ਲੈ ਕੇ ਆਉਣਾ ਹੈ ਕਿ ਆਹ ਆਪਸ਼ਨ ਤੁਸੀਂ ਦੇਣੀ ਹੈ 6 ਮਹੀਨਿਆਂ ਦੇ ਵਿੱਚ। ਠੀਕ ਹੈ, ਚਲੋ ਚੈਪਟਰ 2 ਤੇ ਆ ਜਾਓ। हाँ 2.1 हाँ जी 2.1 देख लो। Every pension shall be held to have been granted subject to the conditions contained in chapter 7 of these rules. ਜਿਹੜੀ ਪੈਨਸ਼ਨ ਦੇਣੀ ਹੈ जो भी लगाई गई है पेंशन इन्होंने रूलों तहत ਉਹਦੇ ਤੇ ਚੈਪਟਰ 7 ਉਹ ਜਿਹੜੀ ਚੈਪਟਰ 7 ਦੇ ਅਸਰ ਅਧੀਨ ਰਹੂਗੀ, ਜੋ ਉਹਦੇ ਵਿੱਚ ਸ਼ਰਤਾਂ ਲਿਖੀਆਂ ਉਹ ਲਾਗੂ ਹੋਣਗੀਆਂ। ਚਲੋ 2.2 ਏ ਤੋਂ ਸਟਾਰਟ ਕਰੋ ਜੀ। ਰਿਕਵਰੀ ਫਰੋਮ ਪੈਨਸ਼ਨ। Recoveries from pensions. Future good conduct is an implied condition of every grant of a pension. The government reserve to themselves the right of withholding or withdrawing a pension or any part of it if the pensioner be convicted of serious crime or be guilty of grave misconduct. हाँ जी, पेंशन की रिकवरी कर सकते हैं, रिकवरी हो सकती है पेंशन चो। किवें की गलबात है, की लिखिया है, की दस रहे है। ਜਦੋਂ ਰਿਟਾਇਰਮੈਂਟ ਹੋ ਜਾਂਦੀ ਹੈ ਪੈਨਸ਼ਨ ਲੱਗਦੀ ਹੈ। ਜਦੋਂ ਸਰਕਾਰ ਪੈਨਸ਼ਨ ਦਿੰਦਾ ਕੌਣ ਹੈ? ਗਵਰਨਮੈਂਟ। ਜਦੋਂ ਸਰਕਾਰ ਪੈਸੇ ਦੇ ਰਹੀ ਹੈ, ਪੈਨਸ਼ਨ ਦੇ ਰਹੀ ਹੈ, ਤਾਂ ਇਹਦੀ ਇੱਕ ਕੰਡੀਸ਼ਨ ਹੁੰਦੀ ਹੈ ਫਿਊਚਰ ਗੁੱਡ ਕੰਡਕਟ। ਕੰਡਕਟ ਹੈ ਤੁਹਾਡਾ ਗੁੱਡ ਹੋਣਾ ਚਾਹੀਦਾ ਸੋਸਾਇਟੀ ਦੇ ਵਿੱਚ। ਇੰਪਲਾਈਡ ਕੰਡੀਸ਼ਨ ਹੈ, ਇੰਪਲਾਈਡ मतलब ਵਿੱਚ ਹੀ ਹੈ, मतलब ਇੱਕ ਤਾਂ ਹੁੰਦਾ ਇੰਪਲੀਸਿਟਲੀ ਮੈਂਸ਼ਨ ਹੋਣਾ, ਇੱਕ ਹੁੰਦਾ ਐਕਸਪਲੀਸਿਟਲੀ ਮੈਂਸ਼ਨ ਹੋਣਾ। ਐਕਸਪਲੀਸਿਟਲੀ ਦਾ मतलब ਰਿਟਾਇਰਮੈਂਟ ਹੁਕਮਾਂ ਦੇ ਵਿੱਚ ਪਾ ਦੇਣਾ ਕਿ ਫਿਊਚਰ ਗੁੱਡ ਕੰਡਕਟ ਤੇਰਾ ਦੇਖਾਂਗੇ ਅਸੀਂ, ਉਹ ਐਕਸਪਲੀਸਿਟ ਹੋ ਗਿਆ। ਇੰਪਲੀਸਿਟ ਜਾਂ ਇੰਪਲਾਈਡ ਕੰਡੀਸ਼ਨ ਕੀ ਹੁੰਦੀ ਹੈ ਬਈ ਜਦੋਂ ਤੁਹਾਨੂੰ ਸਰਕਾਰ ਪੈਨਸ਼ਨ ਦੇ ਰਹੀ ਹੈ ਇਟ ਮੀਨਸ ਕਿ ਸਰਕਾਰ ਇਹ ਵੀ ਚਾਹ ਰਹੀ ਹੈ ਵੀ ਤੁਹਾਡਾ ਜਿਹੜਾ ਕੰਡਕਟ ਹੈ ਫਿਊਚਰ ਕੰਡਕਟ ਹੈ ਉਹ ਗੁੱਡ ਹੋਵੇ। ਠੀਕ ਹੈ, ਸਰਕਾਰ ਪੈਨਸ਼ਨ ਦੇ ਰਹੀ ਹੈ, ਜਿਵੇਂ ਸਰਕਾਰੀ ਕਰਮਚਾਰੀ ਹੁੰਦਾ, ਸਰਕਾਰੀ ਕਰਮਚਾਰੀ ਤੇ 100 ਪਾਬੰਦੀਆਂ ਲੱਗੀਆਂ ਹੁੰਦੀਆਂ, ਸਿਮਿਲਰਲੀ ਪੈਨਸ਼ਨਰ ਤੇ ਵੀ ਪਾਬੰਦੀਆਂ ਲੱਗੀਆਂ ਹੁੰਦੀਆਂ ਰਿਗਾਰਡਿੰਗ ਹਿਸ ਕੰਡਕਟ। ਸੋ ਇਟ ਇਜ਼ ਇਨ ਇੰਪਲਾਈਡ ਕੰਡੀਸ਼ਨ and if this condition is violated then the pension of the pensioner is liable to be withheld or
withdrawn। ਕੀ ਕਹਿੰਦੇ ਆ, ਸਰਕਾਰ ਕੋਲੇ ਹੱਕ ਰਾਖਵੇਂ ਹੈ। ਫਿਊਚਰ ਕੰਡਕਟ ਸਹੀ ਨਹੀਂ ਹੈਗਾ, ਯਾਨੀ ਕਈ ਵਾਰ ਕੀ ਹੋ ਜਾਂਦਾ, ਸੀਰੀਅਸ ਕ੍ਰਾਈਮ ਜਿਹੜਾ ਉਹਦੀ ਕਨਵਿਕਸ਼ਨ ਹੋ ਜਾਂਦੀ ਹੈ, ਜਾਂ ਕੋਈ ਗ੍ਰੇਵ ਮਿਸਕੰਡਕਟ ਕਰ ਦਿੰਦਾ, ਉਹਦਾ ਗਿਲਟੀ ਪਾਇਆ ਜਾਂਦਾ। ਉਸ ਕੇਸ ਦੇ ਵਿੱਚ ਸਰਕਾਰ ਜਿਹੜੀ ਆ ਪੈਨਸ਼ਨ ਦੇ ਰਹੀ ਹੈ, ਇਹਨੂੰ ਰੋਕ ਵੀ ਸਕਦੀ ਹੈ, ਬੰਦ ਵੀ ਕਰ ਸਕਦੀ ਹੈ, ਜਾਂ ਰੋਕ ਵੀ ਸਕਦੀ ਹੈ ਕੁਝ ਟਾਈਮ ਵਾਸਤੇ। ਠੀਕ ਹੈ, ਉਹ ਡਿਪੈਂਡ ਕਰਦਾ ਹੈ ਕੀ ਕ੍ਰਾਈਮ ਕੀਤਾ ਹੈ, ਕਿੰਨੀ ਕੁ ਸੀਰੀਅਸਨੈਸ ਹੈਗੀ ਹੈ ਨਾ। ਕਨਵਿਕਸ਼ਨ ਕਈ ਵਾਰ ਓਵਰਟਰਨ ਹੋ ਜਾਂਦੀ ਹੈ, ਜਾਂ ਕੁਝ ਵੀ ਹੁੰਦਾ ਹੈ ਨਾ, ਕਈ ਵਾਰ ਕਮਿਊਟ ਹੋ ਜਾਂਦਾ ਹੈ, ਜਿਹੜਾ ਤੁਹਾਡਾ ਉਹ ਹੁੰਦੀ ਹੈ ਸੈਂਟੈਂਸ ਹੁੰਦੀ ਹੈ ਕਮਿਊਟ ਹੋ ਜਾਂਦੀ ਹੈ, ਜਾਂ ਸੁਪਰੀਮ ਕੋਰਟ ਤੋਂ ਸੈਟੀਸਫਾਈਡ ਹੋ ਜਾਂਦੀ ਹੈ। ਉਹ ਕੇਸਿਸ ਦੇਖੋ ਵੱਖਰੇ ਆ, ਪਰ ਇੱਕ ਵਾਰ ਜੇ ਸੀਰੀਅਸ ਕ੍ਰਾਈਮ ਦਾ ਕਨਵਿਕਟ ਹੋ ਜਾਂਦਾ ਹੈ, ਤਾਂ ਉੱਥੇ ਪੈਨਸ਼ਨਰ ਦੀ ਜਿਹੜੀ ਪੈਨਸ਼ਨ ਆ ਬੰਦ ਵੀ ਹੋ ਸਕਦੀ ਹੈ, ਘਟਾਈ ਵੀ ਜਾ ਸਕਦੀ ਹੈ। ਹਾਂਜੀ, ਓਕੇ ਜੀ। In a case where a pensioner is convicted of a serious crime, action shall be taken in the light of judgment of the court relating to such conviction. ਹਾਂਜੀ, In case ਜਿੱਥੇ ਦੇਖੋ ਪਹਿਲਾ ਕੇਸ ਆ ਗਿਆ ਸੀਰੀਅਸ ਕ੍ਰਾਈਮ ਵਾਲਾ, ਕਨਵਿਕਸ਼ਨ ਹੋ ਜਾਂਦੀ ਹੈ ਸੀਰੀਅਸ ਕ੍ਰਾਈਮ ਦੇ ਵਿੱਚ। ਕਨਵਿਕਸ਼ਨ ਮਤਲਬ ਸਮਝਦੇ ਹੋ? ਹਾਂਜੀ, ਕਨਵਿਕਸ਼ਨ ਦਾ ਕੀ ਮਤਲਬ ਹੋਇਆ? ਸਜ਼ਾ ਹੋਣੀ ਹੈ। ਸਜ਼ਾ ਹੋ ਜਾਂਦੀ ਹੈ। ਜਦੋਂ ਪੈਨਸ਼ਨਰ ਨੂੰ ਸਜ਼ਾ ਹੋ ਗਈ ਸੀਰੀਅਸ ਕ੍ਰਾਈਮ ਦੀ, ਹੁਣ ਜਦੋਂ ਸਜ਼ਾ ਹੁੰਦੀ ਹੈ, ਕੋਰਟ ਇੱਕ ਜਜਮੈਂਟ ਪਾਸ ਕਰਦੀ ਹੈ, ਫਾਈਨਲ ਆਰਡਰ। ਠੀਕ ਹੈ, ਡਿਟੇਲਡ ਜਜਮੈਂਟ ਹੁੰਦੀ ਹੈ, ਪਾਰਟੀਆਂ ਦੇ ਨਾਮ ਹੁੰਦੇ ਹੈ, ਉਹ ਤੋਂ ਬਾਅਦ ਜੋ ਦਾਅਵੇ 'ਚ ਹੁੰਦਾ, ਜੋ ਕੰਪਲੇਂਟ 'ਚ ਹੁੰਦਾ ਹੈ ਨਾ, ਉਹ ਚੀਜ਼ ਆ ਗਈ, ਚਲਾਨ ਆ ਗਿਆ, ਜਾਂ ਫਿਰ ਜੋ ਗਵਾਹ ਆਏ ਉਹਨਾਂ ਦੀ ਟੈਸਟੀਮਨੀ ਆ ਗਈ, ਫਿਰ ਜੋ ਵਕੀਲਾਂ ਨੇ ਜੋ ਦਲੀਲਾਂ ਦਿੱਤੀਆਂ ਉਹ ਆਰਗੂਮੈਂਟਸ ਆ ਗਏ, ਫਿਰ ਐਂਡ ਤੇ ਤੁਸੀਂ ਦੇਖੋਗੇ ਕੋਰਟ ਦੀ ਜਜਮੈਂਟ ਹੁੰਦੀ ਹੈ। ਠੀਕ ਹੈ, ਕਿ ਹਾਂ ਗਿਲਟੀ ਹੈ ਜਾਂ ਨਾਟ ਗਿਲਟੀ ਹੈ, ਜਾਂ ਜੋ ਵੀ ਹੈਗਾ। ਜਦੋਂ ਕਨਵਿਕਸ਼ਨ ਹੋ ਜਾਂਦੀ ਹੈ, ਕਹਿੰਦੇ ਤੁਸੀਂ ਉਹਦੇ ਮੱਦੇ ਨਜ਼ਰ, ਉਸ ਜਜਮੈਂਟ ਦੇ ਮੱਦੇ ਨਜ਼ਰ ਫੈਸਲਾ ਲੈਣਾ ਹੈ ਕਿ ਕਰਮਚਾਰੀ ਦੀ ਪੈਨਸ਼ਨ ਦਾ ਪੈਨਸ਼ਨਰ ਦੀ ਜਿਹੜੀ ਪੈਨਸ਼ਨ ਦੇ ਰਹੇ ਹਾਂ ਅਸੀਂ, ਉਹਦੇ ਤੇ ਕੀ ਅਸੀਂ ਐਕਸ਼ਨ ਲੈਣਾ ਹੈ। ਉਹ ਜਿਹੜਾ ਕ੍ਰਾਈਮ ਕੀਤਾ ਸੀ ਉਹਦੀ ਸੀਰੀਅਸਨੈਸ ਦੇਖਾਂਗੇ, ਕਿੰਨਾ ਕੁ ਹੀਨੀਅਸ ਹੈਗਾ ਸੀ ਉਹ। ਕਈ ਵਾਰ ਹੁੰਦਾ ਕੋਈ ਮਰਡਰ ਕਰ ਦਿੰਦਾ ਹੈ, ਜਾਂ ਫਿਰ ਉਹਨੂੰ ਮਤਲਬ ਕੋਈ ਵੀ ਇਹੋ ਜਿਹਾ ਕ੍ਰਾਈਮ ਹੈ, ਇਹ ਲਿਸਟ ਹੈਗੀ ਇੱਕ ਬਈ, ਉੱਥੇ ਤੁਸੀਂ ਹੁਣ ਇਹ ਤਾਂ ਹੈ ਨਹੀਂ ਜੇਲ੍ਹ 'ਚ ਬੈਠੇ ਤੁਸੀਂ ਪੈਨਸ਼ਨ ਦੇਈ ਚੱਲੋ ਅਗਲੇ ਨੂੰ, ਉਹ ਤਾਂ ਗਲਤ ਹੋ ਗਿਆ ਨਾ। ਤਾਂ ਉਸ ਚੀਜ਼ ਨੂੰ ਡਿਸਕਰੇਜ ਕਰਨ ਲਈ ਇਹ ਰੂਲ ਹੈ ਜਿਹੜਾ ਬਣਾਇਆ, ਕਿ ਫਿਊਚਰ ਗੁੱਡ ਕੰਡਕਟ ਹੈ ਜਿਹੜਾ, ਉਹ ਇੰਪਲਾਈਡ ਕੰਡੀਸ਼ਨ ਹੈ। ਸੀਰੀਅਸ ਕ੍ਰਾਈਮ ਦਾ ਆ ਗਿਆ, ਅੱਗੇ ਹੈਗਾ ਗ੍ਰੇਵ ਮਿਸਕੰਡਕਟ। ਹਾਂਜੀ, ਇਹ ਬੋਲੋ ਜੀ। in a case not covered by the preceding paragraph, if the government employee concerned considers that the pensioner is prima facie guilty of grave misconduct, it shall, before passing an order, first serve upon the pensioner a notice specifying the action proposed to be taken against him and the grounds on which it is proposed to be taken, and calling upon him to submit within 16 days of the receipt of the notice, or such further time not exceeding 15 days as may be allowed by the pension sanctioning authority, such representation as he may wish to make against the proposal. Second, take into consideration the representation, if any, submitted by the pensioner under Subrule 1. ਹੁਣ ਕੀ ਕਹਿੰਦੇ ਆ ਕਿ ਜੇ ਤਾਂ ਸੀਰੀਅਸ ਕ੍ਰਾਈਮ ਹੈ ਫਿਰ ਤਾਂ ਇੱਥੇ ਪਹੁੰਚੋ, ਜੱਜਮੈਂਟ ਅਨੁਸਾਰ ਫੈਸਲਾ ਲਓ। ਜੇਕਰ ਗ੍ਰੇਵ ਮਿਸਕੰਡਕਟ ਹੈਗਾ ਤੇ ਪ੍ਰੀਮਾ ਫੇਸੀ ਲੱਗਦਾ ਹੈ ਕਿ ਪੈਨਸ਼ਨਰ ਹੈ ਗਿਲਟੀ ਹੈ ਉਹ, ਠੀਕ ਹੈ, ਵੀ ਕੰਡੀਸ਼ਨ ਵਗੈਰਾ ਸਰਕਮਸਟੈਂਸ ਦੇਖ ਕੇ ਲੱਗ ਰਿਹਾ ਵੀ ਗਿਲਟੀ ਹੈ, ਉੱਥੇ ਪੈਨਸ਼ਨਰ ਦੀ ਹੁਣ ਅਸੀਂ ਪੈਨਸ਼ਨ ਤੇ ਐਕਸ਼ਨ ਲਵਾਂਗੇ। ਹੁਣ ਜੋ ਐਕਸ਼ਨ ਲੈਣਾ ਹੈ, ਅਸੀਂ 7ਵੇਂ ਚੈਪਟਰ 'ਚ ਵੀ ਗੱਲ ਕਰਕੇ ਆਏ ਹਾਂ
ਜਦੋਂ ਅਸੀਂ ਤਨਖਾਹ ਜਾਂ ਕਿਸੇ ਵੀ ਐਂਟਾਈਟਲਮੈਂਟ ਚੋਂ ਕਰਮਚਾਰੀ ਚੋਂ ਕਟੌਤੀ ਕਰਾਂਗੇ ਤਾਂ ਜੋ ਵੀ ਐਕਸ਼ਨ ਲਵਾਂਗੇ ਉਹਨੂੰ ਸੂਚਿਤ ਜ਼ਰੂਰ ਕਰਾਂਗੇ, ਨੋਟਿਸ ਭੇਜਾਂਗੇ ਕਿ ਆਹ ਐਕਸ਼ਨ ਹੈ ਜਿਹੜਾ ਇਸ ਗਰਾਊਂਡ ਤੇ ਲੈਣ ਲੱਗੇ ਆ ਤੇਰੇ ਅਗੇਂਸਟ, ਤੇ ਜੇ ਤੂੰ ਕੁਝ ਕਹਿਣਾ ਚਾਹੁੰਦਾ ਹੈ 16 ਦਿਨਾਂ ਵਿੱਚ ਆਪਦਾ ਜਵਾਬ ਦੇ ਦੇ। ਨਹੀਂ ਆਉਂਦਾ ਤੁਸੀਂ ਟਾਈਮ ਹੋਰ ਦੇਣਾ, 15 ਦਿਨ ਹੋਰ ਟਾਈਮ ਦੇ ਦਿਓ। ਠੀਕ ਹੈ, ਦੇਖੋ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਹੈ ਕਿ ਜਦੋਂ ਤੁਸੀਂ ਫੈਸਲਾ ਲੈਣਾ ਹੈ, ਕਿਸੇ ਦੇ ਐਡਵਰਸ ਫੈਸਲਾ ਲੈਣਾ ਹੈ ਨਾ, ਉਦੋਂ ਸੁਣਵਾਈ ਜ਼ਰੂਰ ਕਰਨੀ ਹੈ। ਤਾਂ ਸੁਣਵਾਈ ਕਰਨ ਵਾਸਤੇ ਨੋਟਿਸ ਭੇਜੋਗੇ, ਠੀਕ ਹੈ, 16 ਤੇ 15 ਦਿਨ। ਉਹਦੇ ਜੋ ਨੋਟਿਸ ਭੇਜਿਆ ਉਹਦੇ ਜਵਾਬ ਚ ਅਗਲਾ ਰੀਪ੍ਰੈਜੈਂਟੇਸ਼ਨ ਦਊਗਾ ਤੁਹਾਨੂੰ ਕਿ ਆਹ ਕਾਰਨ ਰਹੇ ਜੀ, ਐਂ ਹੋ ਗਿਆ, ਸਹੀ ਹੈ ਗਲਤ, ਜੋ ਵੀ ਉਹਦੀ ਦਲੀਲਾਂ ਹੈਗੀਆਂ। ਜਦੋਂ ਤੁਹਾਡੇ ਕੋਲ ਰੀਪ੍ਰੈਜੈਂਟੇਸ਼ਨ ਪ੍ਰਾਪਤ ਹੋਗੀ ਉਹਨੂੰ ਕੰਸੀਡਰ ਕਰਨਾ ਹੈ। ਠੀਕ ਹੈ, ਕੰਸੀਡਰ ਕਰਕੇ ਫੇਰ ਫੈਸਲਾ ਲੈਣਾ ਹੈ। ਠੀਕ ਹੈ ਜੀ, ਕੰਸੀਡਰ ਕਰਨ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਆਪਦੀ ਨੋਟਿੰਗ ਦੇ ਵਿੱਚ ਲੈ ਕੇ ਆਏ ਹੋ ਕਿ ਆਹ ਰੀਪ੍ਰੈਜੈਂਟੇਸ਼ਨ ਆਈ ਸੀ, ਇਹ 'ਚ ਐਂ ਲਿਖਿਆ ਸੀ, ਹੈ ਨਾ। ਉਹ ਗੱਲ ਵੱਖਰੀ ਹੈ ਵੀ ਤੁਸੀਂ ਉਹਨੂੰ ਬਈ ਉਹਦੇ ਹੱਕ 'ਚ ਜਾਣਾ ਜਾਂ ਉਹਦੇ ਅਗੇਂਸਟ ਜਾਣਾ, ਉਹ ਇੱਥੇ ਗੱਲ ਨਹੀਂ ਕਰ ਰਹੇ। ਇਹ ਕਹਿੰਦੇ ਜਸਟ ਕੰਸੀਡਰ ਕਰੋ ਉਹਨੂੰ। ਉਹ ਕੰਪੀਟੈਂਟ ਅਥਾਰਟੀ ਨੇ ਦੇਖਣਾ ਵੀ ਕਿਵੇਂ ਜਾਣਾ ਕਿਵੇਂ ਨਹੀਂ, ਕੀ ਤੱਥ ਦਰਸਾਉਂਦੇ ਆ। ਕੰਸੀਡਰ ਜ਼ਰੂਰ ਕਰਨਾ, ਫੇਰ ਫੈਸਲਾ ਲੈਣਾ। ਠੀਕ ਹੈ, ਵੀ ਪੈਨਸ਼ਨ ਘਟਾਉਣੀ ਹੈ, ਬੰਦ ਕਰਨੀ ਹੈ, ਕਿੰਨੀ ਹੈ, ਕੀ ਗੱਲਬਾਤ ਹੈ। ਹੁਣ ਜਿਹੜੀ ਪੈਨਸ਼ਨ ਦਾ ਤੁਸੀਂ ਫੈਸਲਾ ਲੈਣ ਲੱਗੇ ਹੋ ਉਹਦੇ ਤੇ ਕੀ ਕਹਿੰਦੇ ਆ? ਹਾਂਜੀ, Where a part of pension is withheld or withdraw, the amount of such part of pension shall not ordinarily exceed one third of the pension originally sanctioned, nor shall the amount of pension left to the pensioner be ordinarily reduced to less than 3,500 rupees per month, having regard to the consideration whether the amount of the pension left to the pensioner in any case would be adequate for his maintenance. ਹਾਂਜੀ, ਜਿੱਥੇ ਪੈਨਸ਼ਨ ਵਿਦਹੈਲਡ ਕੀਤੀ ਜਾਂਦੀ ਹੈ ਜਾਂ ਵਿਦਡਰਾ ਕੀਤੀ ਜਾਂਦੀ ਹੈ ਉਹਦੀ ਅਮਾਊਂਟ ਦਾ ਖਿਆਲ ਰੱਖਣਾ। 1/3 ਆਫ ਪੈਨਸ਼ਨ ਤੋਂ ਜਿਹੜੀ ਵੱਧ ਨਹੀਂ ਸਕਦੀ ਅਮਾਊਂਟ, ਜਿਹੜੀ ਆਰਡੀਨਰੀਲੀ, ਆਮ ਤੌਰ ਤੇ। ਠੀਕ ਹੈ ਜੀ, ਆਮ ਤੌਰ ਤੇ ਗੱਲ ਕੀਤੀ ਹੈ ਇਹ, ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਵੀ ਇੰਨੀ ਹੀ ਆਪਾਂ ਘੱਟ ਵੱਧ ਕਰਨੀ ਹੈ। ਆਰਡੀਨਰੀਲੀ 1/3 ਤੋਂ ਤੁਸੀਂ ਵੱਧ ਘਟਾਉਣੀ ਨਹੀਂ ਹੈਗੀ। ਨਾਲ ਇਹ ਵੀ ਦੇਖਣਾ ਹੈ ਵੀ 1/3 ਕੱਟ ਕੇ ਜਿਹੜਾ ਉਹਦੇ ਕੋਲ ਬਚੇ ਅਮਾਊਂਟ ਉਹ 3500 ਰੁਪਏ ਦਾ ਘੱਟੋ ਘੱਟ ਹੋਵੇ ਪਰ ਮੰਥ। ਠੀਕ ਹੈ, ਇਹ ਖਿਆਲ ਰੱਖਣਾ ਹੈ ਕਿ ਪੈਨਸ਼ਨਰ ਦੀ ਜਿਹੜੀ ਐਡੁਕੇਟ ਮੇਨਟੇਨੈਂਸ ਜਿਹੜੀ ਚੱਲਦੀ ਰਹੇ, ਉਹਦੇ ਵਾਸਤੇ ਉਹਦੇ ਕੋਲੇ ਇੱਕ ਠੀਕ ਅਮਾਊਂਟ ਹੈ ਜਿਹੜੀ ਉਹ ਉਹਨੂੰ ਮਿਲਦੀ ਰਹੇ। ਠੀਕ ਹੈ, ਐਡਿਕੁਏਟ ਅਮਾਊਂਟ। ਐਡਿਕੁਏਟ ਅਮਾਊਂਟ ਕਿਵੇਂ ਹੋਊਗੀ? ਉਹ ਉਹਦਾ ਰੀਪ੍ਰੈਜੈਂਟੇਸ਼ਨ ਦੱਸੂਗਾ। ਮੇਰੀ ਤਾਂ ਦਵਾਈਆਂ ਆਉਂਦੀਆਂ ਜੀ, ਹੁਣ ਜਿਹੜੀ ਦਵਾਈਆਂ ਆਉਂਦੀਆਂ, ਮੰਨ ਲਓ ਮੈਡੀਕਲ ਕੰਡੀਸ਼ਨ ਹੈ ਕੋਈ ਪੈਨਸ਼ਨਰ ਨੂੰ, ਦਵਾਈਆਂ ਆਉਂਦੀਆਂ ਉਹ ਜ਼ਰੂਰੀ ਹੈ। ਜੇ ਤੁਸੀਂ ਉਹ ਬੰਦ ਕਰ ਦੋਗੇ ਇਟ ਮੀਨਸ ਯੂ ਆਰ ਸਾਈਨਿੰਗ ਦਾ ਡੈਥ ਵਾਰੰਟ, ਦੋ ਇਨਡਾਇਰੈਕਟਲੀ। ਤਾਂ ਉਸ ਚੀਜ਼ ਦਾ ਮੇਨਟੇਨੈਂਸ ਦਾ ਖਿਆਲ ਰੱਖਣਾ ਬਈ ਵਾਈਫ ਹੁੰਦੀ ਹੈ, ਉਹਦਾ ਕੁਛ ਹੈਗਾ ਹੈ ਨਾ, ਕੋਈ ਅਰਜੈਂਟ ਮਤਲਬ ਕੋਈ ਐਸੀ ਚੀਜ਼ ਹੈਗੀ ਹੈ ਜਿਹਨੂੰ ਅਸੀਂ ਟਾਲ ਨਹੀਂ ਸਕਦੇ, ਹੈ ਨਾ, ਕੋਈ ਐਸਾ ਸਾਡਾ ਖਰਚਾ ਕਿ ਉਹਨੂੰ ਧਿਆਨ 'ਚ ਰੱਖਣਾ। ਫੈਸਲਾ ਜਦੋਂ ਲੈਣਾ ਤਾਂ ਸਾਰੀ ਸਰਕਮਸਟੈਂਸਿਸ ਕੰਸੀਡਰ ਕਰਨੀ ਹੈ। ਪਤਾ ਕਿਵੇਂ ਚੱਲੂਗਾ? ਰੀਪ੍ਰੈਜੈਂਟੇਸ਼ਨ ਥਰੂ ਪਤਾ ਚੱਲੂਗਾ। ਠੀਕ ਹੈ ਨਾ, ਉਹਨੂੰ ਕੰਸੀਡਰ ਜ਼ਰੂਰ ਕਰਨਾ ਹੈ। ਹੁਣ ਤੁਸੀਂ ਫੈਸਲਾ ਲੈਣ ਲੱਗੇ ਹੋ, ਫੈਸਲਾ ਲੈਣ ਤੋਂ ਪਹਿਲਾਂ ਇੱਕ ਸਟੈਪ ਹੋਰ ਹੈ ਸਾਡਾ। ਹਾਂਜੀ, In a case where an order under clause 1 above is to be passed by the government, the Public Service Commission shall be consulted before the final order is passed. The decision of the government on any question of withholding or withdrawing the whole or any part of the pension under this rule
shall be final and conclusive. ਜਦੋਂ ਆਰਡਰ ਪਾਸ ਕਰਨਾ ਹੈ ਪੀਪੀਐਸਸੀ ਨੂੰ ਕੰਸਲਟ ਜ਼ਰੂਰ ਕਰਨਾ ਹੈ, ਠੀਕ ਹੈ। ਗਵਰਨਮੈਂਟ ਆਰਡਰ ਪਾਸ ਕਰੂਗੀ, ਪੀਪੀਐਸਸੀ ਨੂੰ ਜ਼ਰੂਰ ਕੰਸਲਟ ਕਰੂਗੀ, ਠੀਕ ਹੈ, ਫਾਈਨਲ ਆਰਡਰ ਪਾਸ ਕਰਨ ਤੋਂ ਪਹਿਲਾਂ। ਜਦੋਂ ਸਰਕਾਰ ਨੇ ਇੱਕ ਵਾਰ ਫੈਸਲਾ ਲੈ ਲਿਆ ਉਹ ਫਾਈਨਲ ਐਂਡ ਕਨਕਲੂਸਿਵ ਹੈ, ਫਾਈਨਲ ਐਂਡ ਕਨਕਲੂਸਿਵ, ਯਾਨੀ ਉਹਦੀ ਅਪੀਲ ਨਹੀਂ ਲਾਈ ਕਰੂਗੀ ਫਿਰ ਉੱਥੇ ਸਰਕਾਰ ਕੋਲੇ। ਹਾਂਜੀ, ਐਕਸਪਲੇਨੇਸ਼ਨ। Explanation. In this rule, the expression serious crime includes crime involving an offense under the Official Secrets Act 1923, and the expression grave misconduct includes the communication or disclosure of any secret, official code or password, or any sketch, plan, model, article, note, document, or information such as is mentioned in Section 5 of the Official Secrets Act 1923, so as to prejudicially affect the interest of the general public or the security of the state. ਹਾਂਜੀ, ਕੋਈ ਕੋਈ ਇਹੋ ਜਿਹਾ ਡਾਕੂਮੈਂਟ ਹੈ ਜਿਹੜਾ ਤੁਸੀਂ ਰਿਲੀਜ਼ ਕਰਤਾ, ਪਾਸਵਰਡ, ਸਕੈਚ, ਪਲਾਨ, ਮਾਡਲ, ਕੁਝ ਵੀ ਰਿਲੀਜ਼ ਕਰਤਾ, ਡਿਸਕਲੋਜ਼ਰ ਕਰਤਾ ਜਾਂ ਕਮਿਊਨੀਕੇਟ ਕਰਤਾ ਕਿਸੇ ਨੂੰ, ਵੀ ਜਿਹਦੇ ਨਾਲ ਸਿਕਿਉਰਿਟੀ ਆਫ ਸਟੇਟ ਖਤਰੇ 'ਚ ਆ ਗਈ ਜਾਂ ਜਨਰਲ ਪਬਲਿਕ ਦੇ ਹਿੱਤ 'ਚ ਨਹੀਂ ਸੀ ਉਹ, ਤਾਂ ਉਹ ਗ੍ਰੇਵ ਮਿਸਕੰਡਕਟ ਅਖਵਾਊਗਾ। ਕੋਈ ਆਫੀਸ਼ੀਅਲ ਸੀਕ੍ਰੇਟ ਐਕਟ ਅਧੀਨ ਜਿਹੜਾ ਅਫੈਂਸ ਹੁੰਦਾ ਹੈ ਉਹ ਸੀਰੀਅਸ ਕ੍ਰਾਈਮ ਦੇ ਵਿੱਚ ਆ ਜਾਊਗਾ। ਕੋਈ ਕ੍ਰਾਈਮ ਆ ਗਿਆ, ਠੀਕ ਹੈ, ਉਹਦੇ 'ਚ ਆ ਜਾਊਗਾ। ਹਾਂਜੀ, ਨੋਟ। A claim against the government employee may become known and the question of making recovery may arise. A. When the calculation of a pension is being made and before the pension is actually sanctioned, or B. After the pension has been sanctioned. ਹਾਂਜੀ, ਨੋਟ 'ਚ ਕੀ ਕਹਿੰਦਾ ਕਿ ਕਈ ਵਾਰ ਗੌਰਮੈਂਟ EMPLOYE ਦੇ ਅਗੇਂਸਟ ਕੋਈ ਕਲੇਮ ਹੈ ਜਿਹੜਾ ਉਹ ਸਾਹਮਣੇ ਆ ਜਾਂਦਾ ਹੈ। ਜਦੋਂ ਕਲੇਮ ਸਾਹਮਣੇ ਆ ਗਿਆ ਉੱਥੇ ਅਸੀਂ ਰਿਕਵਰੀ ਵੀ ਕਰਾਂਗੇ, ਠੀਕ ਹੈ। ਜਦੋਂ ਅਸੀਂ ਕੋਈ ਕੈਲਕੂਲੇਸ਼ਨ ਕਰ ਰਹੇ ਹਾਂ ਜਾਂ ਕੈਲਕੂਲੇਸ਼ਨ ਹੋ ਚੁੱਕੀ ਹੈ ਨਾ, ਦੋ ਕੇਸ ਹੈ ਬਈ, ਜਾਂ ਤਾਂ ਪੈਨਸ਼ਨ ਦੀ ਕੈਲਕੂਲੇਸ਼ਨ ਚੱਲ ਰਹੀ ਹੈ, ਸੈਂਕਸ਼ਨ ਨਹੀਂ ਹੋਈ ਹੈਗੀ ਅਜੇ ਪੈਨਸ਼ਨ, ਉਦੋਂ ਸਾਹਮਣੇ ਆ ਗਿਆ ਕੋਈ ਕਲੇਮ। ਕਲੇਮ ਮਤਲਬ ਅਸੀਂ ਕਰਮਚਾਰੀ ਤੋਂ ਪੈਸੇ ਲੈਣੇ ਸੀ, ਜਾਂ ਫਿਰ ਪੈਨਸ਼ਨ ਅਸੀਂ ਸੈਂਕਸ਼ਨ ਕਰ ਚੁੱਕੇ ਹਾਂ, ਪੈਨਸ਼ਨ ਸੈਂਕਸ਼ਨਿੰਗ ਅਥਾਰਟੀ ਨੇ ਪੈਨਸ਼ਨ ਸੈਂਕਸ਼ਨ ਕਰਤੀ ਹੈ, ਉਹ ਤੋਂ ਬਾਅਦ ਕੋਈ ਕਲੇਮ ਸਾਹਮਣੇ ਆਉਂਦਾ, ਦੋਨਾਂ ਕੇਸਿਸ ਦੇ ਵਿੱਚ ਅਸੀਂ ਕੀ ਕਰਨਾ। ਹਾਂਜੀ, The claim and the recovery may be one or other of the following categories. 1. Recovery as a punitive measure in order to make good loss caused to government as a result of negligence or fraud on the part of the person concerned while he was in service. Second, recovery of other government dues such as over issues of pay, allowances or leave salary, or admitted and obvious dues such as house rent, postal life insurance premium, outstanding motor car, house building, traveling allowance, or other advances. Third, recovery of non-government dues. ਹਾਂਜੀ, ਹੁਣ ਜਿਹੜਾ ਅਸੀਂ ਕਲੇਮ ਦੀ ਗੱਲ ਕਰਕੇ ਆਏ ਆ ਕਿ ਕਲੇਮ ਹੈ ਜਿਹੜਾ ਸਾਹਮਣੇ ਆ ਸਕਦਾ, ਪਤਾ ਲੱਗ ਸਕਦਾ ਹੈ, ਤੇ ਰਿਕਵਰੀ ਦਾ ਸਵਾਲ ਹੈ ਜਿਹੜਾ ਉਹ ਖੜਾ ਹੋ ਸਕਦਾ ਹੈ ਵੀ ਰਿਕਵਰੀ ਕਰਨੀ ਪਊਗੀ ਜਾਂ ਕਰਨੀ ਹੈ ਜਾਂ ਕਰਨੀ ਬਣਦੀ ਹੈ। ਹੁਣ ਉਹ ਕਲੇਮ ਕਿਹੜਾ ਹੋ ਸਕਦਾ ਜੀ, ਕਿਹੜੀ ਕੈਟੇਗਰੀ ਨੂੰ ਬਿਲੋਂਗ ਕਰ ਸਕਦਾ ਹੈ? ਜਾਂ ਤਾਂ ਰਿਕਵਰੀ ਹੋ ਸਕਦੀ ਹੈ ਪਿਊਨਿਟਿਵ ਮੈਜਰ ਵਜੋਂ, ਕਿਵੇਂ ਸਰਕਾਰੀ ਕਰਮਚਾਰੀ ਨੇ ਸਰਕਾਰ ਦਾ ਕੋਈ ਨੁਕਸਾਨ ਕਰਤਾ, ਕੋਈ ਨੈਗਲੀਜੈਂਸ ਕਰਤੀ ਹੈ ਨਾ, ਕੋਈ ਨੈਗਲੀਜੈਂਸ ਹੋ ਗਈ ਉਹਦੇ ਕਰਕੇ ਨੁਕਸਾਨ ਹੋ ਗਿਆ, ਜਾਂ ਫਰਾਡ ਕਰਤਾ, ਜਦੋਂ ਸੇਵਾ 'ਚ ਸੀ ਕੋਈ ਫਰਾਡ ਕਰ ਗਿਆ, ਸਰਕਾਰ ਨੂੰ ਘਾਟਾ ਪੈ ਗਿਆ, ਉੱਥੇ ਅਸੀਂ ਰਿਕਵਰੀ ਕਰ ਰਹੇ ਹਾਂ ਉਹਦੇ ਤੋਂ ਕੁਛ ਪਿਊਨਿਟਿਵ ਮੈਜਰ ਪਨਿਸ਼ਮੈਂਟ ਵਜੋਂ, ਤਾਂ ਕਿ ਜਿਹੜਾ ਲਾਸ ਉਹਨੇ ਕੀਤਾ ਹੈ ਉਹਦੀ ਭਰਪਾਈ ਹੋ ਸਕੇ, ਜਾਂ ਉਹਦੀ ਨੈਗਲੀਜੈਂਸ ਕਾਰਨ ਜਿਹੜਾ ਲਾਸ ਹੋਇਆ ਉਹਦੀ ਭਰਪਾਈ ਹੋ ਸਕੇ। ਦੂਜਾ, ਸਰਕਾਰੀ ਡਿਊਜ਼ ਹੈ, ਸਰਕਾਰੀ ਦੇਣਦਾਰੀਆਂ, ਸਰਕਾਰ ਨੇ ਪੈਸਾ ਲੈਣਾ ਸੀ ਨਹੀਂ ਦਿੱਤਾ, ਜਾਂ ਪੈਸਾ ਵੱਧ ਦੇ ਚੁੱਕੇ ਸੀ, ਪੇ ਅਲਾਉਂਸਸ ਵੱਧ ਮਿਲ ਗਏ, ਲੀਵ ਸੈਲਰੀ ਕੋਈ ਵੱਧ ਮਿਲ ਗਈ,
ਜਾਂ ਹਾਊਸ ਰੈਂਟ ਵਗੈਰਾ ਰਹਿ ਗਿਆ ਸੀ, ਜਾਂ ਪੋਸਟਲ ਲਾਈਫ ਇੰਸ਼ੋਰੈਂਸ ਪ੍ਰੀਮੀਅਮ ਰਹਿ ਗਿਆ, ਜਾਂ ਫਿਰ ਕੋਈ ਮੋਟਰ ਕਾਰ ਐਡਵਾਂਸ ਲਿਆ ਹੋਇਆ ਸੀ, ਉਹਦੀ ਕਿਸ਼ਤਾਂ ਚਾਲੂ ਸੀ ਉਹ ਰਹਿ ਗਈਆਂ, ਜਾਂ ਹਾਊਸ ਬਿਲਡਿੰਗ ਦਾ ਰਹਿ ਗਿਆ, ਜਾਂ ਕੋਈ ਟੀਏ ਜਾਂ ਹੋਰ ਐਡਵਾਂਸ ਕੋਈ ਲਿਆ ਹੋਇਆ ਸੀ, ਉਹਦੀ ਕਟੌਤੀ ਸਾਡੀ ਰਹਿ ਗਈ। ਇਹ ਗਵਰਨਮੈਂਟ ਡਿਊਜ਼ ਹੋ ਗਏ ਜਿਹੜੇ ਸਰਕਾਰੀ ਖਜ਼ਾਨੇ ਜਾਣਗੇ। ਤੀਜਾ, ਨਾਨ ਗਵਰਨਮੈਂਟ ਡਿਊਜ਼, ਕੋਈ ਐਸੇ ਡਿਊਜ਼ ਜਿਹੜੇ ਸਰਕਾਰ ਦੇ ਖਜ਼ਾਨੇ 'ਚ ਨਾ ਜਾਣ, ਉਹ ਵੀ ਅਸੀਂ ਦੇਖਾਂਗੇ ਉਹਦੇ ਨਾਲ ਕੀ ਟ੍ਰੀਟਮੈਂਟ ਕਰਨੀ। ਨਾਨ ਗਵਰਨਮੈਂਟ ਡਿਊਜ਼ ਹੋ ਗਏ। ਹਾਂਜੀ, ਅੱਗੇ ਦੇਖੋ ਜੀ। First, in cases falling under A above, none of the recoveries mentioned in first to third above may be affected by the reduction of the pension about to be sanctioned except in the following circumstances. First, omitted. Second, when the pensioner by request made or consent given has agreed that the recovery may be made. If such request is not made or consent is not given by the pensioner, even sums admittedly due to government, such as house rent, outstanding advances, etc., may not be recovered from the pension. In such cases, however, the executive authorities concerned would have to consider whether they should not try to effect the recovery otherwise than from the pension, for example, by going to a court of law if necessary. ਹਾਂਜੀ, ਹੁਣ ਇਹ ਕੀ ਕਹਿੰਦੇ ਆ, ਕਹਿੰਦੇ ਜਦੋਂ ਏ ਦੇ ਅਧੀਨ ਆ ਗਿਆ ਕੇਸ ਕਿ ਪੈਨਸ਼ਨ ਹਜੇ ਕੈਲਕੂਲੇਸ਼ਨਾਂ ਚੱਲ ਰਹੀਆਂ, ਸੈਂਕਸ਼ਨ ਨਹੀਂ ਹੋਈ ਹੈਗੀ, ਉਦੋਂ ਕਲੇਮ ਸਾਹਮਣੇ ਆ ਗਿਆ ਕੋਈ ਪਿਊਨਿਟਿਵ ਮੇਜਰ ਵਾਲਾ, ਗਵਰਨਮੈਂਟ ਡਿਊਜ਼ ਜਾਂ ਨਾਨ ਗਵਰਨਮੈਂਟ ਡਿਊਜ਼ ਵਾਲਾ, ਐਸੇ ਕੇਸ ਦੇ ਵਿੱਚ ਕੀ ਕਰਨਾ ਹੈ ਬਈ, ਉਹਦੇ ਤੋਂ ਕੰਸੈਂਟ ਲੈਣੀ ਹੈ, ਜਾਂ ਫਿਰ ਜੇਕਰ ਉਹ ਰਿਕੁਐਸਟ ਕਰਦਾ ਹੈ ਕਿ ਮੇਰੇ ਜਿਹੜੇ ਡਿਊਜ਼ ਹੈਗੇ ਆ, ਰਿਟਾਇਰਮੈਂਟ ਡਿਊਜ਼ ਹੈਗੇ ਆ ਬਈ ਉਹਨਾਂ ਚੋਂ ਕੱਟ ਲਓ, ਫਿਰ ਤੁਸੀਂ ਉਹਨਾਂ ਚੋਂ ਕੱਟ ਲਓਗੇ, ਐਡਜਸਟ ਕਰ ਦੋਗੇ, ਜੇ ਰਿਕੁਐਸਟ ਕਰਦਾ ਹੈ ਜਾਂ ਫਿਰ ਕੰਸੈਂਟ ਦੇ ਦਿੰਦਾ ਤੁਹਾਨੂੰ। ਜੇ ਨਹੀਂ ਦਿੰਦਾ ਕੰਸੈਂਟ ਜਾਂ ਰਿਕੁਐਸਟ ਨਹੀਂ ਕਰਦਾ, ਫਿਰ ਕੀ ਕਰੋਗੇ? ਫਿਰ ਕਹਿੰਦੇ ਕੋਰਟ ਆਫ ਲਾ ਜਾਓਗੇ, ਫਿਰ ਕੋਈ ਆਪਸ਼ਨ ਨਹੀਂ ਹੈਗਾ, ਫਿਰ ਨਹੀਂ ਕਟੌਤੀ ਕਰ ਸਕਦੇ। ਠੀਕ ਹੈ, ਇਹ ਕਿਹੜਾ ਦੁਬਾਰਾ ਕੇਸ ਹੈ? ਦੱਸ ਦਿਓ। ਜਦੋਂ ਪੈਨਸ਼ਨ ਦੀ ਕੈਲਕੂਲੇਸ਼ਨ ਚੱਲ ਰਹੀ ਹੈ, ਸੈਂਕਸ਼ਨ ਨਹੀਂ ਹੋਈ ਹੈਗੀ, ਨਾਟ ਯੈਟ ਸੈਂਕਸ਼ਨ, ਉਦੋਂ ਕੋਈ ਰਿਕਵਰੀ ਕਰਨੀ ਹੈ, ਆਪਾਂ ਕਟੌਤੀ ਕਰਨੀ ਹੈ ਕੋਈ, ਤਾਂ ਜੇਕਰ ਕਰਮਚਾਰੀ ਸਾਨੂੰ ਰਿਕੁਐਸਟ ਕਰਦਾ ਹੈ ਕਿ ਮੈਂ ਜੀ ਮੰਨ ਲਓ ਲੱਖ ਰੁਪਈਆ ਦੇਣਾ ਹੈ, ਤੇ ਮੇਰੇ ਜਿਹੜੇ ਡਿਊਜ਼ ਬਣਾ ਰਹੇ ਹੋ ਤੁਸੀਂ ਉਹਦੇ ਚੋਂ ਕੱਟ ਲਓ, ਐਡਜਸਟ ਕਰ ਦਿਓ, ਜਾਂ ਫਿਰ ਤੁਸੀਂ ਅਗਲੇ ਨੂੰ ਚਿੱਠੀ ਕੱਢ ਦਿੰਦੇ ਹੋ ਕਿ ਆਹ ਤੇਰੇ ਲੱਖ ਰੁਪਈਆ ਰਹਿੰਦਾ ਹੈ, ਇਹ ਭਰੋ, ਤੇ ਨਹੀਂ ਤਾਂ ਕੰਸੈਂਟ ਦਿਓ ਵੀ ਅਸੀਂ ਕੱਟ ਲਈਏ, ਕੰਸੈਂਟ ਦੇਤੀ। ਜੇ ਰਿਕੁਐਸਟ ਵੀ ਨਹੀਂ ਕੀਤੀ, ਕੰਸੈਂਟ ਵੀ ਨਹੀਂ ਦਿੱਤੀ, ਫਿਰ ਅਸੀਂ ਪੈਨਸ਼ਨ 'ਚ ਰਿਕਵਰੀ ਨਹੀਂ ਕਰ ਸਕਦੇ, ਫਿਰ ਅਸੀਂ ਪੈਨਸ਼ਨ 'ਚ ਰਿਕਵਰੀ ਨਹੀਂ ਕਰਨੀ ਹੈਗੀ। ਫਿਰ ਅਸੀਂ ਕਿੱਥੇ ਜਾਵਾਂਗੇ? ਫਿਰ ਅਸੀਂ ਕੋਰਟ ਆਫ ਲਾਅ 'ਚ ਜਾਵਾਂਗੇ। ਠੀਕ ਹੈ, ਨਹੀਂ ਫਿਰ ਰਿਕਵਰੀ ਕਿੱਦਾਂ ਹੋਏਗੀ ਸਰ ਉਹ ਵਾਲੀ, ਕੋਰਟ ਜੇ 'ਚ, ਕੋਈ ਰਹਿੰਦੀ ਆ ਤਾਂ? ਕੋਰਟ ਆਫ ਲਾਅ 'ਚ ਜਾਵਾਂਗੇ। ਪਰ ਸਰ ਅਲਟੀਮੇਟਲੀ ਤਾਂ ਬੀਚ ਹੀ ਜਾਣਾ, ਕੈਲਕੂਲੇਸ਼ਨ ਹੋ ਹੀ ਜਾਣੀ ਹੈ। ਨਹੀਂ, ਅਲਟੀਮੇਟਲੀ ਤਾਂ ਜਾਣਾ ਹੀ ਜਾਣਾ ਹੈ, ਜੇ ਨਹੀਂ ਹੋਈ ਸੈਂਕਸ਼ਨ ਉਹ ਤੋਂ ਪਹਿਲਾਂ ਦੀ ਗੱਲ ਹੈ ਹਨਾ, ਪੈਨਸ਼ਨ ਸੈਂਕਸ਼ਨ ਨਹੀਂ ਹੋਈ, ਉੱਥੇ ਅਸੀਂ ਕੋਰਟ ਆਫ ਲਾਅ 'ਚ ਜਾਵਾਂਗੇ। ਠੀਕ ਹੈ, ਪਹਿਲਾਂ ਹੁੰਦਾ ਸੀ, ਹੁਣ ਓਮਿਟ ਹੋ ਗਿਆ ਉਹ ਰੂਲ। ਦੂਜਾ ਕੇਸ, ਜਦੋਂ ਸੈਂਕਸ਼ਨ ਹੋ ਗਈ ਹੈ ਉਦੋਂ ਕੀ ਕਰਨਾ? ਹਾਂਜੀ, ਸੈਕੰਡ। In cases falling under B above, none of the recoveries described in clauses 1 to 3 may be affected by the deduction from a pension already sanctioned except at the request or with the express consent of the pensioner under Rule 2.2a of this volume. Future good conduct is an implied condition of every grant of pension, and a pension can be withheld or withdrawn in whole or in a part if the pensioner is convicted
of serious crime or is guilty of grave misconduct. This, however, refers only to crime or misconduct occurring after the pensioner has retired from service, and the rule would not, therefore, cover a reduction of pension made for the purpose of retrieving loss caused to government as a result of negligence or fraud on the part of the pensioner occurring before he had retired from service. हाँ जी ਅੱਗੇ ਪੜ੍ਹ ਲਓ In case in cases where the pensioner does not agree to recovery being made even of sums admittedly due to government, the concluding remarks made under Rule 1 of 2 above will be applicable, will also be applicable. ਹੁਣ ਜੇ ਬੀ ਇਹਦੀ ਇਨ ਕੇਸ ਆ ਜਾਂਦਾ ਹੈ, ਜਿੱਥੇ ਮਤਲਬ ਸੈਂਕਸ਼ਨ ਹੈ ਜਿਹੜੀ ਪੈਨਸ਼ਨ ਹੋ ਚੁੱਕੀ ਹੈ, ਪੀਐਸਏ ਨੇ ਕੇਸ ਹੈ ਜਿਹੜਾ ਸੈਂਕਸ਼ਨ ਕਰਕੇ ਏਜੀ ਨੂੰ ਭੇਜ ਦਿੱਤਾ ਹੈ, ਉੱਥੇ ਵੀ ਕਹਿੰਦੇ ਜੇ ਰਿਕਵਰੀ ਕਰਨੀ ਹੈ ਤੁਸੀਂ, ਉੱਥੇ ਰਿਕਵਰੀ ਜੇ ਕਰਨੀ ਹੈ ਰਿਕੁਐਸਟ ਤੇ ਹੋਊਗੀ ਜਾਂ ਐਕਸਪ੍ਰੈਸ ਕੰਸੈਂਟ ਲਿਖ ਕੇ ਦਊਗਾ ਅਗਲਾ ਕਿ ਮੇਰੀ ਆ ਰਿਕਵਰੀ ਰਹਿੰਦੀ ਹੈ, ਇਹਦੇ ਚ ਕਰ ਲਓ, ਉੱਥੇ ਵੀ ਰਿਕੁਐਸਟ ਜਾਂ ਐਕਸਪ੍ਰੈਸ ਕੰਸੈਂਟ ਚੱਲੂਗੀ। ਜਿੱਥੇ ਉਹ ਐਗਰੀ ਨਹੀਂ ਕਰਦਾ ਉੱਥੇ ਕੀ ਕਰੋਗੇ, ਕੋਰਟ ਆਫ ਲਾਅ, ਕੁਝ ਨਹੀਂ ਕਰ ਸਕਦੇ ਤੁਸੀਂ, ਕੋਰਟ ਆਫ ਲਾਅ ਜਾਓਗੇ। ਠੀਕ ਹੈ ਜੀ, ਅੱਗੇ ਕੀ ਕਹਿੰਦੇ ਆ 2.2 ਏ ਦੇ ਵਿੱਚ ਅਸੀਂ ਫਿਊਚਰ ਗੁੱਡ ਕੰਡਕਟ ਦੀ ਗੱਲ ਕੀਤੀ ਸੀ, ਫਿਊਚਰ ਗੁੱਡ ਕੰਡਕਟ ਆਫ ਪੈਨਸ਼ਨਰ। ਇਹਦਾ ਮਤਲਬ ਕੀ ਹੈ, ਪੈਨਸ਼ਨਰ ਬਣਿਆ ਕਦੋਂ ਉਹ, ਜਦੋਂ ਰਿਟਾਇਰਮੈਂਟ ਹੋ ਗਈ ਉਹਦੀ, ਆਫਟਰ ਰਿਟਾਇਰਮੈਂਟ। ਜੇ ਫਿਊਚਰ ਗੁੱਡ ਕੰਡਕਟ ਆਫ ਪੈਨਸ਼ਨਰ ਦੀ ਗੱਲ ਕਰ ਰਹੇ ਹੈ, ਦੈਟ ਨੈਸੈਸਰੀਲੀ ਮੀਨਸ ਦੈਟ ਜਿਹੜਾ ਸੀਰੀਅਸ ਕ੍ਰਾਈਮ ਹੈ ਜਾਂ ਗ੍ਰੇਵ ਮਿਸਕੰਡਕਟ ਹੈ, ਇਟ ਇਜ਼ ਅਕਰਿੰਗ ਆਫਟਰ ਰਿਟਾਇਰਮੈਂਟ। ਸੋ 2.2 ਏ ਹੈ ਜਿਹੜਾ ਉਹ ਆਫਟਰ ਰਿਟਾਇਰਮੈਂਟ ਨੂੰ ਕਵਰ ਕਰਦਾ ਹੈ। ਆਫਟਰ ਰਿਟਾਇਰਮੈਂਟ ਜੇ ਕੋਈ ਗ੍ਰੇਵ ਮਿਸਕੰਡਕਟ ਜਾਂ ਸੀਰੀਅਸ ਕ੍ਰਾਈਮ ਹੁੰਦਾ ਹੈ ਉਹਨੂੰ ਕਵਰ ਕਰਦਾ ਹੈ। ਜੇ ਰਿਟਾਇਰਮੈਂਟ ਦੇ ਵਿੱਚ ਕੁਝ ਹੋਇਆ ਫੇਰ ਕੀ ਹੋ ਰਿਹਾ, ਫੇਰ 2.2 ਬੀ ਆਊਗਾ, ਅੱਗੇ ਪੜ੍ਹਦੇ ਫਿਰ ਅਸੀਂ ਉਹ ਫੋਲੋ ਕਰਾਂਗੇ। 2.2 ਏ ਦੇ ਵਿੱਚ ਤਾਂ ਕਹਿਤਾ ਵੀ ਆਫਟਰ ਰਿਟਾਇਰਮੈਂਟ ਜੇ ਗ੍ਰੇਵ ਮਿਸਕੰਡਕਟ ਹੈ ਜਾਂ ਸੀਰੀਅਸ ਕ੍ਰਾਈਮ ਹੈ ਤੁਹਾਡੀ ਪੈਨਸ਼ਨ ਬਣਦੀ ਆ, ਵਿਦਡਰਾ ਕਰ ਸਕਦੇ ਆ, ਵਿਦਹੋਲਡ ਕਰ ਸਕਦੇ ਆ। ਜੇ ਰਿਟਾਇਰਮੈਂਟ ਤੋਂ ਪਹਿਲਾਂ ਕੋਈ ਨੈਗਲੀਜੈਂਸ ਹੈ ਜਾਂ ਫਰਾਡ ਹੈ ਜਾਂ ਕੋਈ ਮਿਸਡਮੀਨਰ ਹੈ, ਉੱਥੇ ਕੀ ਕਰਨਾ, ਉੱਥੇ ਅਸੀਂ 2.2 ਬੀ ਫੋਲੋ ਕਰਾਂਗੇ। 2.2 ਬੀ ਸਰ ਪਰ 2 ਨੰਬਰ ਕਲੇਮ ਤਾਂ ਇਹਦੇ ਚ ਆ ਹੀ ਨਹੀਂ ਸਕਦਾ ਜੀ ਕਿਤੇ, ਹਾਂਜੀ 2 ਨੰਬਰ ਕਲੇਮ ਤਾਂ ਇਹਦੇ ਚ ਆ ਹੀ ਨਹੀਂ ਸਕਦਾ ਕਿਤੇ, ਰਿਕਵਰੀ ਆਫ ਅਦਰ ਗਵਰਨਮੈਂਟ ਡਿਊਜ਼ ਸੱਚ ਐਜ਼ ਓਵਰ ਇਸ਼ੂ ਆਫ ਪੇ ਅਲਾਉਂਸਸ, ਲੀਵ ਸੈਲਰੀ। ਕਾਹਦੇ 'ਚ ਨਹੀਂ ਆ ਸਕਦਾ ਜੀ, ਜਿਹੜਾ ਨੋਟ 2 ਹੈ ਜੀ 4 ਨੰਬਰ ਪੇਜ ਤੇ, ਨੋਟ 2 ਨੰਬਰ ਨੋਟ ਹੈ ਜੀ ਪਿਛਲੇ ਪੇਜ ਤੇ, ਹਾਂਜੀ ਨਹੀਂ ਕਾਹਦੇ 'ਚ ਨਹੀਂ ਆ ਉਹਦੇ ਵਿੱਚ ਸਕਦਾ, ਮੈਂ ਤਾਂ ਇਹ ਪੁੱਛਿਆ। 2.2 ਏ ਚ ਜੀ। ਨਹੀਂ 2.2 ਏ ਦੇ ਵਿੱਚ ਜਿਹੜਾ ਗ੍ਰੇਵ ਮਿਸਕੰਡਕਟ ਤੇ ਸੀਰੀਅਸ ਕ੍ਰਾਈਮ ਦੀ ਗੱਲ ਕੀਤੀ ਹੈ ਜੀ, ਉਹ ਤਾਂ ਰਿਕਵਰੀ ਹੈ, ਉਹ ਛੱਡ ਦਿਓ ਤੁਸੀਂ। 2.2 ਏ ਦੀ ਗੱਲ ਕਰ ਰਿਹਾ ਮੈਂ ਕਿ 2.2 ਏ ਦੇ ਵਿੱਚ ਜਿਹੜਾ ਗ੍ਰੇਵ ਮਿਸਕੰਡਕਟ ਤੇ ਸੀਰੀਅਸ ਕ੍ਰਾਈਮ ਦੀ ਗੱਲ ਕੀਤੀ ਹੈ, ਉਹ ਰਿਟਾਇਰਮੈਂਟ ਤੋਂ ਬਾਅਦ ਜੇ ਕੋਈ ਗ੍ਰੇਵ ਮਿਸਕੰਡਕਟ ਹੁੰਦਾ ਜਾਂ ਸੀਰੀਅਸ ਕ੍ਰਾਈਮ ਹੁੰਦਾ ਉਹਦੀ ਗੱਲ ਕਰ ਰਹੀ ਹੈ। ਜਸਟ ਇਹ ਹੈ, ਜਿੰਨਾ ਲਿਖਿਆ ਉਹਨਾਂ ਬਸ ਇੰਟਰਪ੍ਰੀਟ ਕਰੋ। ਠੀਕ ਹੈ। ਹਾਂਜੀ ਉਹ ਤੋਂ ਬਾਅਦ ਇਹ ਇੰਪੋਰਟੈਂਟ ਪੈਰਾ ਹੈ, ਹਾਂਜੀ ਇਹ ਪੜੋ ਜੀ। Head of offices should see that the last pay or leave salary prior to retirement shall not be paid until it is clear that a retiring government employee has no outstanding dues to government. Sometimes it may not be practicable to ascertain in times all the outstanding dues, while sometimes due may exceed the amount of last pay or leave salary. In such cases,
it is the duty of the head of the offices, in consultation with Treasury officers and Accountant General Punjab in the case of Group A or Group B officers to bring promptly to the notice of the Accountant General Punjab all the outstanding amounts by a separate communication stating in detail the nature of recovery and why it has not been possible to effect it from the last pay or leave salary. The outstanding amounts should also be clearly and completely noted in the last pay certificates in sufficient detail with reference to the previous correspondence with the Accountant General Punjab, and if the recovery is to be effected from pension, it should be clearly recorded on the last pay certificate itself that the request or express consent of the pensioner in writing to the recovery from his pension has been obtained. ਹਾਂਜੀ, ਹੁਣ ਕਹਿੰਦੇ ਲਾਸਟ ਪੇ ਜਦੋਂ ਇਸ਼ੂ ਕਰਨੀ ਹੈ ਕਰਮਚਾਰੀ ਨੂੰ ਜਾਂ ਫਿਰ ਲੀਵ ਸੈਲਰੀ ਦੇਣੀ ਹੈ ਰਿਟਾਇਰਮੈਂਟ ਤੋਂ ਪਹਿਲਾਂ, ਉੱਥੇ ਲਾਸਟ ਦੀ ਗੱਲ ਹੋ ਰਹੀ ਹੈ ਇਹ, ਜੇ ਕੋਈ ਡਿਊਜ਼ ਹੈਗੇ ਆਊਟਸਟੈਂਡਿੰਗ ਉਹ ਕੱਟ ਲਓ। ਪਹਿਲਾਂ ਡਿਊਜ਼ ਦੇਖੋ ਹੈਗੇ ਆ ਕਿ ਨਹੀਂ, ਸਾਰਿਆਂ ਦੇ ਜਦੋਂ ਬੇਬਾਕੀ ਆ ਗਏ ਉਹ ਤੋਂ ਬਾਅਦ ਇਸ਼ੂ ਕਰਨਾ। ਜਦੋਂ ਤੁਹਾਡੇ ਕੋਲ ਪਤਾ ਲੱਗ ਗਿਆ ਡਿਊਜ਼ ਇੰਨੇ ਆ, ਉਹ ਲਾਸਟ ਪੇ ਚੋਂ ਕੱਟ ਲਓ ਜਾਂ ਲੀਵ ਸੈਲਰੀ ਜਿਹੜੇ ਦੇ ਰਹੇ ਹੋ ਉਹ ਚੋਂ ਕੱਟ ਲਓ। ਕਈ ਵਾਰ ਕੀ ਹੁੰਦਾ ਹੈ, ਨਹੀਂ ਪਤਾ ਚੱਲਦੇ, ਨਹੀਂ ਪਤਾ ਕਰ ਸਕਦੇ ਪੇ ਦੇਣ ਤੋਂ ਪਹਿਲਾਂ ਪਹਿਲਾਂ ਕਿ ਡਿਊਜ਼ ਹੈਗੇ ਕਿ ਨਹੀਂ। ਉੱਥੇ ਕੀ ਹੁੰਦਾ, ਜਾਂ ਫਿਰ ਕਈ ਵਾਰ ਹੁੰਦਾ ਕਿ ਡਿਊਜ਼ ਵੱਧ ਜਾਂਦੇ ਆ, ਸੈਲਰੀ ਘੱਟ ਹੁੰਦੀ ਹੈ, ਸਾਰੀ ਕਟੌਤੀ ਕਰ ਨਹੀਂ ਸਕਦੇ। ਉੱਥੇ ਕੀ ਹੁੰਦਾ ਹੈ, ਉੱਥੇ ਕਹਿੰਦੇ ਐਲਪੀਸੀ ਤੇ ਨੋਟ ਕਰ ਦੋ। ਠੀਕ ਹੈ, ਉੱਥੇ ਕੀ ਹੈ, ਐਲਪੀਸੀ ਤੇ ਨੋਟ ਕਰ ਦੋ। ਏਜੀ ਨੂੰ ਇਨਫੋਰਮੇਸ਼ਨ ਦੇ ਦਿਓ ਕਿ ਇਹਦੇ ਇੰਨੇ ਡਿਊਜ਼ ਹੋਏ ਰਹਿ ਗਏ, ਹੈਨਾ, ਕਿ ਇਹਨੇ ਕੰਸੈਂਟ ਜਾਂ ਰਿਕੁਐਸਟ ਕਰਤੀ ਹੈ ਵੀ ਕਟੌਤੀ ਕਰ ਲਓ। ਐਲਪੀਸੀ 'ਚ ਨੋਟ ਦੇ ਦਿਓ ਵੀ ਇੰਨੇ ਰਹਿ ਗਏ, ਲਿਖ ਦੋਗੇ ਵੀ ਕਿਉਂ ਨਹੀਂ ਤੁਸੀਂ ਕਟੌਤੀ ਕਰ ਸਕੇ, ਜੋ ਵੀ ਕਰਨਾ ਹੈ। ਮਤਲਬ ਰਾਈਟਿੰਗ ਦੇ ਵਿੱਚ ਤੁਸੀਂ ਏਜੀ ਨੂੰ ਇਨਫੋਰਮ ਕਰਨਾ। ਠੀਕ ਹੈ ਜੀ।